ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੁ ਤੁਮ ਕਥਾ ਸੁਧਾਰੀ। ਜੋ ਬੁਲਾਵੇ ਤਿਉ ਬੋਲਹਿ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗਤ ਅੰਤਰ ਜਸ ਪਾਇਓ, ਜੋ ਪ੍ਰਭ ਕੀ ਅਤ ਪਿਆਰੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਸਾਹਿਬ ਜੀ। ਪਾਦਿਹੁ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ। ਲੱਖ ਸ਼ਿਗਾਰ ਬਣਾਇਆ, ਕਾਰਜ ਨਾਹੀ ਕੇਤ। ਪਾਦਿਹੁ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ, ਕਿਰਪਾ ਦਇਆ ਦੇ ਖਜ਼ਾਨੇ, ਚਵਰ ਛਤਰ ਤਖਤਾਂ ਦੇ ਮਾਲਕ ਸਤਿਗੁਰੂ ਵਾਲੀਏ ਕੁਲ ਆਲਮ ਸੁਲਤਾਨ। ਗੁਰਤਾ ਗੱਦੀ ਤੇ ਸਭਾਇਮਾਨ, ਸ਼ਬਦਾ ਅਵਤਾਰ ਸਤਿਗੁਰੂ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਸਤਿਗੁਰਾਂ ਦੀ ਕਿਰਪਾ ਦਾ ਸਦਕਾ ਸਮੂਹ ਮਾਈ ਭਾਈ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਦਾ ਆਨੰਦ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਆਪ ਜੀ ਨੇ ਰੱਬੀ ਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਅੱਜ ਪਾਵਨ ਪੁਰਬ ਸੰਗਰਾਂਦ ਦਾ ਦਿਹਾੜਾ ਹੈ। ਜਿਸ ਪ੍ਰਕਾਰ ਹਰ ਵਾਰ ਜੋ 12 ਮਾਹਾਂ ਦੁਆਰਾ ਸਤਿਗੁਰੂ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਹਰ ਵਾਰ ਦੇ ਨੇਮ ਅਨੁਸਾਰ ਜਿਹੜੇ ਮਹੀਨੇ ਦੀ ਸੰਗਰਾਂਦ ਹੁੰਦੀ ਹੈ, ਉਸ ਸ਼ਬਦ ਦੇ ਅਰਥ ਆਪ ਜੀ ਸਰਵਣ ਕਰਦੇ ਹੋ। ਤੋ ਅੱਜ ਸਾਵਣ ਦੇ ਮਹੀਨੇ ਦੀ ਸਮਾਪਤੀ ਤੋਂ ਬਾਅਦ ਭਾਦਰੋਂ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਜਿਵੇਂ ਜਿਵੇਂ ਮਹਾਰਾਜ ਗੁਰਬਾਣੀ ਦੁਆਰਾ ਸੋਝੀ ਬਖਸ਼ਿਸ਼ ਕਰਦੇ ਹਨ, ਪਾਵਨ ਉਪਦੇਸ਼ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਧਾ ਭਾਵਨਾ ਆਸਥਾ ਦੇ ਨਾਲ ਸਤਿਗੁਰਾਂ ਦੇ ਇਹਨਾਂ ਪਾਵਨ ਬਚਨਾਂ ਨੂੰ ਆਪਣੇ ਹਿਰਦੇ 'ਚ ਵਸਾਉਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਪਾਦਿਹੁ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ। ਭਾਦਰੋਂ ਦੇ ਮਹੀਨੇ ਦੁਆਰਾ ਸਤਿਗੁਰੂ ਸਾਹਿਬ ਮਹਾਰਾਜ ਕਿਰਪਾ ਕਰਦੇ ਹਨ। ਭਾ ਦੋਏ, ਭਾ ਨਾਮ ਹੈ ਪ੍ਰੇਮ ਦਾ, ਦੋਏ
ਜਿਹੜੀ ਦਵੈਸ਼ ਭਾਵਨਾ ਸੀ ਉਹਦੇ ਵਿੱਚ ਇਹਦਾ ਪ੍ਰੇਮ ਹਿਤ ਲੱਗਿਆ ਹੋਇਆ ਹੈ, ਜਾਂ ਫਿਰ ਦੂਜੇ ਜਿਹੜੇ ਸਰੀਰ ਹਨ ਉਹਨਾਂ ਦੇ ਵਿੱਚ ਪ੍ਰੇਮ ਲੱਗਿਆ ਹੋਇਆ ਹੈ। ਇਸ ਪ੍ਰਕਾਰ ਹੋ ਗਿਆ ਕਿ ਜਿਹੜੀ ਵਸਤੂ ਸੱਚੀ ਸੀ ਉਹ ਇਹਨੂੰ ਝੂਠੀ ਭਾਸਦੀ ਹੈ, ਤੇ ਜਿਹੜੀ ਵਸਤੂ ਝੂਠੀ ਹੈ ਉਹਨੂੰ ਇਹਨੇ ਸਤ ਮੰਨ ਕਰਕੇ ਮੰਨਿਆ ਹੋਇਆ ਹੈ। ਭਾਵ ਕਿ ਜਿਹੜਾ ਸੰਸਾਰ ਹੈ ਇਹ ਨਾਸ਼ਵੰਤ ਹੈ, ਜਿਹਦੀ ਬਾਬਤ ਸਤਿਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਜਿੰਨਾ ਕੁਝ ਸਾਨੂੰ ਦ੍ਰਿਸ਼ਟੀ ਆਉਂਦਾ ਹੈ, ਦ੍ਰਿਸ਼ਟੀ ਗੋਚਰ ਹੈ, ਸਭ ਕੁਝ ਮਿਥਿਆ ਹੋਇਆ ਤੇ ਨਾਸ਼ਵੰਤ ਹੈ, ਇੱਕ ਦਿਨ ਨਾਸ਼ ਹੋ ਜਾਣ ਵਾਲਾ ਹੈ। ਤੇ ਇਸ ਜੀਵ ਨੂੰ ਇਹ ਭਰਮ ਪੈ ਗਿਆ ਕਿ ਸੰਸਾਰ ਸੱਚਾ ਹੈ, ਪਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਜਿਹੜਾ ਸਦੀਵੀ ਰਹਿਣ ਵਾਲਾ ਹੈ, ਆਦਿ ਕਾਲ ਤੋਂ ਲੈ ਕਰਕੇ ਅਨੰਤ ਕਾਲ ਤੱਕ, ਉਸ ਪਰਮੇਸ਼ਰ ਨੂੰ ਝੂਠਾ ਜਾਣਿਆ ਹੋਇਆ ਹੈ। ਇਸ ਕਰਕੇ ਇਹ ਜਿਹੜਾ ਜੀਵ ਹੈ ਭਾ ਦੋਏ ਦੂਜੇ ਭਾਵ ਵਿੱਚ ਲੱਗਣੇ ਕਰਕੇ ਇਹਦਾ ਪ੍ਰੇਮ ਲੱਗਿਆ ਹੋਇਆ ਹੈ, ਤੇ ਭਰਮ ਭੁਲਾਣੀਆਂ ਦੂਜੇ ਵਿੱਚ ਪ੍ਰੇਮ ਲੱਗਣੇ ਕਰਕੇ ਫਿਰ ਭਰਮ ਵਿੱਚ ਪਿਆ ਹੋਇਆ ਹੈ। ਭਰਮ ਕੀ ਹੈ? 5 ਪ੍ਰਕਾਰ ਦਾ ਭਰਮ ਲਿਖਿਆ ਵਿਦਵਾਨਾਂ ਨੇ, ਤੇ ਉਹਨਾਂ ਭਰਮਾਂ ਦੇ ਵਿੱਚੋਂ ਹੀ ਇਹ ਜੀਵ ਸਾਰੇ ਭਰਮਾਂ ਨੂੰ ਆਪਣੇ ਹਿਰਦੇ 'ਚ ਸਮੋ ਕਰਕੇ ਇਹੋ ਜਿਹਾ ਭਰਮ ਵਿੱਚ ਭੁੱਲਿਆ ਹੋਇਆ, ਜਿਵੇਂ ਪਾਣੀ ਦੇ ਵਿੱਚ ਭਵਾਟਣੀ ਆ ਜਾਂਦੀ ਜਿਹਨੂੰ ਭਮੀਰੀ ਕਹਿੰਦੇ ਹਾਂ, ਉਹਦੇ ਵਿੱਚ ਜਿਹੜੀ ਚੀਜ਼ ਪੈ ਜਾਵੇ ਉਹ ਕਿਸੇ ਬੰਨੇ ਨਹੀਂ ਲੱਗਦੀ, ਪਾਣੀ ਦੇ ਵਿੱਚ ਹੀ ਘੁੰਮੀ ਜਾਂਦੀ ਹੈ। ਇਸ ਪ੍ਰਕਾਰ ਸਾਨੂੰ ਸੰਸਾਰਵਾਦ ਦੇ ਅੰਦਰ ਆ ਕਰਕੇ ਨਿਰੰਕਾਰ ਤੋਂ ਭੁੱਲਣੇ ਕਰਕੇ ਸੰਸਾਰ ਦੀ ਭਵਾਟਣੀ ਵਿੱਚ ਅਸੀਂ ਘੁੰਮ ਗਏ ਹਾਂ। ਇੱਥੇ ਘੁੰਮਦੇ ਰਹਿੰਦੇ ਹਾਂ। 84 ਲੱਖ ਦਾ ਗੇੜਾ ਹੈ, ਤੇ 84 ਲੱਖ ਜੂਨਾ ਭੋਗ ਕੇ ਪਾਪ ਇਹਨੇ ਇਕੱਤਰ ਹੋ ਜਾਂਦੇ ਨੇ ਕਿ ਫੇਰ 84 ਦਾ ਗੇੜਾ ਮਿਲ ਜਾਂਦਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਵੇਂ ਉਹ ਪਾਣੀ ਦੀ ਭਵਾਟਣੀ ਵਿੱਚ ਜਿਹੜੀ ਵਸਤੂ ਆ ਜਾਵੇ, ਜਿੱਥੇ ਪਾਣੀ ਝਾਲ ਤੇ ਥੱਲੇ ਡਿੱਗਦਾ ਉੱਥੇ ਪਾਣੀ ਗੋਲ ਗੋਲ ਘੁੰਮਦਾ, ਉਹਨੂੰ ਭਵਾਟਣੀ ਕਹਿੰਦੇ ਨੇ। ਉਸ ਭਵਾਟਣੀ ਦੇ ਅੰਦਰ ਜਿਹੜਾ ਕੋਈ ਕਾਗਜ਼ ਜਾਂ ਜਿਹੜੀ ਕੋਈ ਵਸਤੂ ਡਿੱਗ ਪਵੇ ਉੱਥੇ ਘੁੰਮੀ ਜਾਂਦੀ, ਉਹ ਅਗਾਹ ਨਹੀਂ ਜਾਂਦੀ। ਇਸ ਪ੍ਰਕਾਰ ਅਸੀਂ ਸੰਸਾਰ ਦੇ ਪਦਾਰਥਾਂ ਵਿੱਚ ਖਚਤ ਹੋ ਕਰਕੇ ਇੱਥੇ 84 ਦੇ ਗੇੜ ਵਿੱਚ ਘੁੰਮਦੇ ਪਏ ਹਾਂ। ਇਸ ਕਰਕੇ ਇਸ ਭਰਮ ਵਿੱਚ ਭੁੱਲੇ ਹੋਏ ਹਾਂ। ਜਿਵੇਂ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਚਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਉਦਾਹਰਨ ਦੇ ਕੇ ਸਮਝਾਇਆ ਭਗਤ ਰਵਿਦਾਸ ਜੀ ਨੇ ਕਿ ਸਾਡੀ ਹਾਲਤ ਭਰਮ ਦੇ ਵਿੱਚ ਭੁੱਲਣੇ ਕਰਕੇ ਐਸੀ ਹੋ ਗਈ ਹੈ, ਜਿਵੇਂ ਕੋਈ ਚੱਕਰਵਰਤੀ ਬਾਦਸ਼ਾਹ ਜਿਹਦਾ ਬੜੇ ਦੇਸ਼ਾਂ ਤੇ ਰਾਜ ਹੈ, ਪਰ ਉਹਨੂੰ ਭਰਮ ਐਸਾ ਪੈ ਗਿਆ, ਰਾਤ ਨੂੰ ਸੁੱਤਾ ਆਪਣੇ ਬਿਸਤਰ ਤੇ, ਸੁੱਤੇ ਪਏ ਨੂੰ ਸੁਪਨਾ ਆਇਆ, ਸੁਪਨੇ ਦੇ ਵਿੱਚ ਭਿਖਾਰੀ ਬਣਿਆ ਹੋਇਆ, ਤੇ ਭਿਖਾਰੀ ਵੀ ਐਸਾ ਕਿ ਦੂਜਿਆਂ ਕੋਲੋਂ ਮੰਗ ਮੰਗ ਕੇ ਖਾਂਦਾ ਤੇ ਕੋਈ ਭਿਖਿਆ ਵੀ ਨਹੀਂ ਪਾਉਂਦਾ, ਮੰਗਦਾ ਵੀ ਹੈ ਪਰ ਫਿਰ ਵੀ ਭੁੱਖਾ ਮਰਦਾ ਹੈ, ਉਹ ਜਿਹਾ ਭਿਖਾਰੀ ਬਣਿਆ ਹੋਇਆ ਹੈ। ਤੇ ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਚਰਤ ਦੁਖ ਪਾਇਆ। ਸੁਪਨੇ ਦੇ ਅੰਦਰ ਹੀ ਸੋਚਦਾ ਵੀ ਏਡਾ ਵੱਡਾ ਰਾਜ ਸੀ ਤੇ ਜਿਹੜਾ ਰਾਜ ਹੁਣ ਵਿਛੜ ਗਿਆ ਹੈ, ਤੇ ਉਹਦੇ ਦੁੱਖ ਵਿੱਚ ਰੋਂਦਾ ਤੇ ਕਰਲਾਉਂਦਾ ਫਿਰਦਾ ਹੈ ਗਲੀਆਂ ਦੇ ਅੰਦਰ। ਪਰ ਜਦੋਂ ਨੀਂਦ ਟੁੱਟਦੀ ਹੈ, ਅੱਖ ਖੁੱਲਦੀ ਹੈ, ਕੁਝ ਸਮਾਂ ਤੇ ਇਹਨੂੰ ਭਰਮ ਹੀ ਪਿਆ ਰਹਿੰਦਾ ਕਿ ਵਾਕਿਆ ਮੈਂ ਗਰੀਬ ਹੋ ਗਿਆ, ਬਹੁਤ ਜ਼ਿਆਦਾ ਮੰਗਣ ਵਾਲਾ ਹਾਂ। ਪਰ ਫਿਰ ਜਦੋਂ ਸੋਝੀ ਆਉਂਦੀ ਹੈ ਕਿ ਨਹੀਂ ਮੈਂ ਤੇ ਰਾਜਾ ਹਾਂ, ਤਿੰਨਾਂ ਕਾਲਾਂ ਦੇ ਵਿੱਚ ਰਾਜਾ ਸੀ ਤੇ ਰਾਜਾ ਹੀ ਹਾਂ, ਫਿਰ ਇਹਨੂੰ ਪਤਾ ਲੱਗਦਾ ਕਿ ਇਹ ਤੇ ਭਰਮ ਸੀ, ਇਹ ਤੇ ਸੁਪਨਾ ਸੀ। ਇਸੇ ਪ੍ਰਕਾਰ ਇਸ ਜੀਵ ਆਤਮਾ ਨੂੰ ਸੰਸਾਰ ਦੇ ਅੰਦਰ ਆ ਕਰਕੇ ਮਾਇਆ ਨੇ ਗਫਲਤ ਤਾਈ ਦੀ ਨੀਂਦ ਵਿੱਚ ਸਵਾ ਦਿੱਤਾ ਹੈ। ਅਗਿਆਨਤਾ ਦੀ ਨੀਂਦ ਵਿੱਚ ਹਰ ਇੱਕ ਜੀਵ ਸੁੱਤਾ ਹੋਇਆ ਹੈ, ਤੇ ਇਹ ਸੁੱਤੇ ਹੋਏ ਨੂੰ ਇਹੋ ਜਿਹੇ ਸੁਪਨੇ ਆ ਰਹੇ ਨੇ ਕਿ ਇਹ ਰਾਜਾ 84 ਲੱਖ ਜੂਨਾਂ ਦਾ ਸਰਦਾਰ ਹੈ, ਮਨੁੱਖ ਜੂਨ, ਪਰ ਆਪਣੇ ਆਪ ਨੂੰ ਭਿਖਾਰੀ ਮੰਨ ਕਰਕੇ ਆਪਣੇ ਤੋਂ ਜਿਹੜੇ ਕੋਈ ਚੰਗੇ ਦਿਸਦੇ ਨੇ ਇਹਨੂੰ ਲੋਕ, ਉਹਨਾਂ ਮਨੁੱਖਾਂ ਦੇ ਅੱਗੇ ਜਾ ਕੇ ਮੰਗਦਾ ਹੈ। ਫਿਰ ਉਹਦੀ ਬਾਬਤ ਮਹਾਰਾਜ ਕਹਿੰਦੇ ਮਨਮੁਖ ਹੋਏ ਬੰਦੇ ਦਾ ਬੰਦਾ। ਮਨਮੁਖ ਹੋ ਕੇ ਤੇ ਐਸੀ ਗਫਲਤ ਆਈ ਵਿੱਚ ਫਸਿਆ ਕਿ ਦੂਜੇ ਬੰਦਿਆਂ ਦੇ ਕੋਲੋਂ ਮੰਗ ਮੰਗ ਕੇ ਆਪਣੀ ਹਾਲਤ ਭਿਖਾਰੀਆਂ ਵਰਗੀ ਕਰ ਰੱਖੀ ਹੈ, ਜਦ ਕਿ ਹੈ ਬਾਦਸ਼ਾਹ। ਕਿਉਂਕਿ ਮਨੁੱਖ ਬਾਦਸ਼ਾਹ ਇਹਨੂੰ ਮਹਾਰਾਜ ਨੇ ਸੋਚਣ ਸ਼ਕਤੀ ਦਿੱਤੀ ਹੈ। 84 ਲੱਖ ਜੂਨਾਂ ਦੇ ਵਿੱਚੋਂ ਇਹ ਸਰਦਾਰ ਜੂਨ ਹੈ, ਇਹਦੇ ਅੰਦਰ ਆ ਕਰਕੇ ਸੇਵਾ ਸਿਮਰਨ ਭਾਉ ਭਾਵਨੀ ਸਭ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ ਗੁਰੂ ਵਾਲੇ ਬਣ ਕਰਕੇ। ਤੇ ਇਹ 84 ਦਾ ਗੇੜਾ ਕੱਟਿਆ ਜਾ ਸਕਦਾ ਹੈ। ਜਿਵੇਂ ਸੂਰਜ ਦਾ ਪ੍ਰਤੀਬਿੰਬ ਘੜਿਆਂ ਵਿੱਚ ਪੈਂਦਾ ਨਾ, ਘੜਿਆਂ 'ਚ ਪਾਣੀ ਪਾਇਆ ਹੋਵੇ ਤੇ ਸਾਰਿਆਂ 'ਚ ਹੀ ਸੂਰਜ ਲੱਗਦਾ ਕਿ ਸਾਰਿਆਂ ਦੇ ਵਿੱਚ ਸੂਰਜ ਜਗਦਾ ਹੈ, ਪਰ ਸੂਰਜ ਇੱਕੋ ਹੀ ਹੈ ਜਿਹੜਾ ਉੱਪਰ ਆਕਾਸ਼ ਵਿੱਚ ਦਾ ਆਕਾਸ਼ ਵਿੱਚ ਜਗ ਰਿਹਾ, ਤੇ ਥੱਲੇ ਤੇ ਉਹਦਾ ਪ੍ਰਤੀਬਿੰਬ ਹੈ ਪਾਣੀ ਵਿੱਚ ਦਿਸਦਾ। ਇਸੇ ਪ੍ਰਕਾਰ ਵਾਹਿਗੁਰੂ ਪਰਮੇਸ਼ਰ ਦੀ ਸਤਾ ਸਾਰੇ ਜੀਵਾਂ ਤੇ ਪੈ ਰਹੀ ਹੈ, ਜਿਹਦੇ ਕਰਕੇ ਸਾਰੇ ਚਲਾਏਮਾਨ ਹੋ ਰਹੇ ਹਨ।
ਵਾਹਿਗੁਰੂ ਦੀ ਸਤਾ ਕਰਕੇ ਜਿੰਨੇ ਝੂਠੇ ਪਦਾਰਥ ਇਹ ਵੀ ਸਾਰੇ ਸੱਚੇ ਲੱਗਦੇ ਨੇ। ਤੇ ਇਸ ਪ੍ਰਕਾਰ ਮਹਾਰਾਜ ਕਹਿੰਦੇ ਇਹ ਜਿਹੜਾ ਜੀਵ ਹੈ ਭਰਮ ਵਿੱਚ ਭੁੱਲਿਆ ਹੋਇਆ ਹੈ, ਤੇ ਭਰਮ ਵਿੱਚ ਐਸਾ ਭੁੱਲਿਆ ਸੱਚੇ ਗੁਰੂ ਨੂੰ ਭੁੱਲ ਕਰਕੇ ਝੂਠਿਆਂ ਨੂੰ ਹੀ ਰੱਬ ਮੰਨ ਕੇ ਤੇ ਉਹਨਾਂ ਦੀ ਪੂਜਾ ਪ੍ਰਤਿਸ਼ਠਾ ਕਰਦਾ ਹੈ। ਫਿਰ ਭਰਮ ਐਸਾ ਕਿ ਇੱਕ ਤੇ ਇਹਦਾ ਭਰੋਸਾ ਨਹੀਂ ਟਿਕਦਾ, ਕਦੇ ਜਾ ਕੇ ਮੜੀਆਂ ਮਸਾਣੀਆਂ ਤੇ ਮੱਥੇ ਟੇਕਦਾ, ਕਦੇ ਕਿਸੇ ਮਨੁੱਖ ਦੇ ਕੋਲ ਜਾਂਦਾ ਹੈ, ਕਦੇ ਸਿਆਣਿਆਂ ਦੇ ਕੋਲ ਜਾਂਦਾ ਹੈ, ਤਾਂ ਗੁਰੂ ਤੇ ਇਹਦਾ ਭਰੋਸਾ ਨਹੀਂ ਵੱਜਦਾ, ਕਿਉਂਕਿ ਭਰਮ ਪਿਆ ਹੈ ਮਨ ਵਿੱਚ ਕਿ ਕੀ ਪਤਾ ਮਹਾਰਾਜ ਦੇ ਕੋਲ ਸ਼ਕਤੀ ਕੋਈ ਹੈ ਕਿ ਨਹੀਂ, ਕੀ ਪਤਾ ਸਾਡੇ ਕਾਰਜ ਵਾਹਿਗੁਰੂ ਦੇ ਕੋਲੋਂ ਪੂਰੇ ਹੋਣੇ ਹਨ ਕਿ ਨਹੀਂ ਹੋਣੇ। ਇਸ ਪ੍ਰਕਾਰ ਭਰਮ ਵਿੱਚ ਭੁੱਲਿਆ ਹੋਇਆ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਜਿਵੇਂ ਪਾਣੀ ਦੇ ਵਿੱਚ ਪੁਆਟੜੀਆਂ ਦੇ ਅੰਦਰ ਡਿੱਗੀ ਹੋਈ ਵਸਤੂ ਘੁੰਮਣ ਘੇਰੀ ਵਿੱਚ ਪੈ ਜਾਂਦੀ ਹੈ, ਇਸੇ ਪ੍ਰਕਾਰ ਇਹ ਜੀਵ ਘੁੰਮਣ ਘੇਰੀਆਂ ਵਿੱਚ ਪਿਆ ਹੋਇਆ ਹੈ। ਤੋ ਭਾਦੋ ਇਹ ਭਰਮ ਭੁਲਾਣੀਆਂ, ਦੂਜੇ ਭਾਵ ਵਿੱਚ ਭੁੱਲਣੇ ਕਰਕੇ ਇਹਦਾ ਪ੍ਰੇਮ ਮਾਇਕੀ ਪਦਾਰਥਾਂ ਵਿੱਚ ਲੱਗਿਆ ਹੋਇਆ, ਤੇ ਪ੍ਰੇਮ ਜਿਹਦੇ ਨਾਲ ਕਰਨਾ ਸੀ ਵਾਹਿਗੁਰੂ ਨਿਰੰਕਾਰ ਦੇ ਨਾਲ, ਉਹਨੂੰ ਭੁਲਾ ਦਿੱਤਾ ਹੈ। ਭਾਦੋ ਇਹ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ, ਦੂਜੇ ਪਦਾਰਥਾਂ ਦੇ ਨਾਲ ਇਹਦਾ ਹਿੱਤ ਪ੍ਰੇਮ ਲੱਗਿਆ ਹੋਇਆ ਹੈ। ਬਹੁਤ ਸਾਰੇ ਮਨਮੁਖੇ ਵੀ ਕਹਿੰਦੇ ਵੀ ਦਰਗਾਹ ਕਿਹਨੇ ਦੇਖੀ ਹੈ, ਅਗਲਾ ਜਹਾਨ ਕਿਹਨੇ ਦੇਖਿਆ, ਸੁੱਖ ਤੇ ਦੁੱਖ, ਨਰਕ ਤੇ ਸਵਰਗ ਕਿਹਨੇ ਦੇਖੇ ਨੇ। ਪਰ ਜੇ ਇਥੋਂ ਦੀ ਉਦਾਹਰਨ ਲੈ ਲਈਏ, ਇੱਥੇ ਜਦੋਂ ਮਨੁੱਖ ਕੰਮਕਾਰ ਕਰਦਾ ਹੋਇਆ ਕਿਸੇ ਬਿਮਾਰੀ ਦੇ ਨਾਲ ਗ੍ਰਸਤ ਹੋ ਜਾਂਦਾ ਹੈ, ਉਹੀ ਇਹਦੇ ਸਕੇ ਸੰਬੰਧੀ ਜਿਹੜੇ ਇਹਨੂੰ ਰੱਬ ਦੀ ਤਰ੍ਹਾਂ ਪੂਜਦੇ ਨੇ, ਜਦੋਂ ਮਾਇਆ ਕਮਾਉਣੀ ਬੰਦ ਹੋ ਜਾਂਦੀ ਹੈ, ਦੂਜਿਆਂ ਤੇ ਬੋਝ ਬਣ ਜਾਂਦਾ, ਤੇ ਉਹੀ ਘਰ ਤੋਂ ਬਾਹਰ ਕੱਢ ਦਿੰਦੇ ਨੇ। ਵੱਡੇ ਵੱਡੇ ਸੇਠ, ਵੱਡੇ ਵੱਡੇ ਸ਼ਾਹੂਕਾਰ ਇਸ ਮਿੱਟੀ ਵਿੱਚ ਰੁਲਦੇ ਦੇਖੇ ਨੇ ਜਦੋਂ ਸਰੀਰ ਕੰਮ ਦਾ ਨਹੀਂ ਰਹਿੰਦਾ। ਉਧਰ ਤੇ ਪਾਣੀ ਦੀ ਭਵਾਟਣੀ ਵਿੱਚ ਕੋਈ ਵਸਤੂ ਡਿੱਗ ਪਏ, ਉਹ ਫਿਰ ਭਰਮ 'ਚ ਪੈ ਜਾਂਦੀ ਹੈ। ਇਧਰ ਮਾਇਆ ਦੀ ਭਵਾਟਣੀ ਵਿੱਚ ਜੀਵ ਨੇ ਆਪਣੀ ਬੁੱਧੀ ਨੂੰ ਪਾਇਆ ਹੋਇਆ, ਜਿਹੜੀ 84 ਦੇ ਗੇੜ ਵਿੱਚ ਪਈ ਹੋਈ ਹੈ ਜੀ। ਲੱਖ ਸ਼ਿਗਾਰ ਬਣਾਇਆ ਕਾਰਜ ਨਾਹੀ ਕੇਤ। ਲੱਖ ਸ਼ਿਗਾਰ ਬਣਾਇਆ, ਲੱਖਾਂ ਪ੍ਰਕਾਰ ਦੇ ਅਡੰਬਰ ਰਚੇ ਜੀਵ ਨੇ ਆਪਣੇ ਆਪ ਨੂੰ ਚੰਗਾ ਤੇ ਆਪਣੇ ਆਪ ਨੂੰ ਸਾਫ਼ ਸੁਥਰਾ ਦੱਸਣ ਵਾਸਤੇ। ਪਰ ਮਹਾਰਾਜ ਕਹਿੰਦੇ ਰੱਬ ਦੇ ਨਾਮ ਤੋਂ ਬਿਨਾਂ ਬਣਾਏ ਹੋਏ ਇਹਦੇ ਹਾਰ ਸ਼ਿੰਗਾਰ, ਦੇਵੀ ਦੇਵਤਿਆਂ ਨੂੰ ਪੂਜਿਆ ਹੋਇਆ, ਮੜੀਆਂ ਮਸਾਣੀਆਂ ਤੇ ਮੱਥੇ ਟੇਕੇ, ਇਸ ਪ੍ਰਕਾਰ ਵੱਖੋ ਵੱਖਰੇ ਲਿਬਾਸ ਬਣਾਏ ਕਿਸੇ ਕਾਰਜ ਨਹੀਂ, ਜਦੋਂ ਤੱਕ ਵਾਹਿਗੁਰੂ ਦੀ ਯਾਦ ਇਹਦੇ ਹਿਰਦੇ ਵਿੱਚ ਨਹੀਂ ਵਸਦੀ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ, ਪਰ ਕੋਈ ਵੀ ਇਹਨਾਂ ਦਾ ਬਣਾਇਆ ਹੋਇਆ ਲਿਬਾਸ ਕਿਸੇ ਕਾਰਜ ਵਿੱਚ, ਕਿਸੇ ਲੇਖੇ ਵਿੱਚ ਨਹੀਂ ਹੈ ਜੀ। ਜਿਤ ਦਿਨ ਦੇ ਬਿਨਸੀ ਤਿਤ ਵੇਲੇ ਕਹਿਸਨ ਪ੍ਰੇਤ। ਇਹ ਭਰਮ ਐਸਾ ਪਿਆ ਹੋਇਆ ਹੈ, ਇਸ ਭਰਮ ਕਰਕੇ ਜਿਨ੍ਹਾਂ ਨੂੰ ਆਪਣੇ ਜਾਣਦਾ ਜੀਵ ਕਿ ਆਹ ਤੇ ਮੇਰਾ ਮਿੱਤਰ ਹੈ, ਇਹ ਨਹੀਂ ਛੱਡ ਕੇ ਜਾਂਦਾ ਦੁਨੀਆ, ਚਾਹੇ ਜਿੱਥੇ ਮਰਜ਼ੀ ਚਲੀ ਜਾਵੇ, ਆਹ ਮੇਰਾ ਪੁੱਤਰ ਹੈ, ਇਹ ਮੈਨੂੰ ਕਦੇ ਵੀ ਪਿੱਠ ਦਿਖਾ ਕੇ ਨਹੀਂ ਜਾਂਦਾ, ਇਹ ਮਾਇਆ ਮੇਰੀ ਹੈ, ਇਹ ਮਾਇਆ ਮੈਨੂੰ ਅੰਤ ਸਮੇਂ ਤੱਕ ਮੇਰਾ ਸਾਥ ਨਿਭਾਏਗੀ, ਮਾਇਆ ਨਾਲ ਮੈਂ ਜੋ ਮਰਜ਼ੀ ਕਰੀ ਜਾਵਾਂ। ਮਹਾਰਾਜ ਕਹਿੰਦੇ ਵੀ ਜਿਹੜਾ ਭਰਮ ਹੈ ਇਹ ਨਾਸ਼ ਹੋ ਜਾਂਦਾ ਹੈ। ਤੇ ਇਹ ਜਿਤ ਦਿਨ ਦੇ ਬਿਨਸੀ, ਜਦੋਂ ਦੇਹ ਬਿਨਸੇਗੀ, ਜਦੋਂ ਮੌਤ ਆਵੇਗੀ, ਜਦੋਂ ਕਹਿੰਦੇ ਜਰ ਆਈ ਜੋਬਨ ਹਾਰਿਆ, ਜਰ ਨਾਮ ਹੈ ਵਡੇਪੇ ਦਾ, ਵਡੇਪਾ ਆ ਗਿਆ, ਵਡੇਪੇ ਤੋਂ ਬਾਅਦ ਜਦੋਂ ਮੌਤ ਆਵੇਗੀ ਤੇ ਇਹ ਸਭ ਕੁਝ ਪਰਾਇਆ ਲੱਗਣ ਲੱਗ ਜਾਵੇਗਾ। ਜਦੋਂ ਮੌਤ ਸਾਹਮਣੇ ਖੜੀ ਹੋਈ, ਮਾਇਆ ਦੇ ਅੰਬਾਰ ਲਾ ਦੇਵੇ ਕੋਈ ਉੱਪਰ, ਕੁਝ ਵੀ ਚੰਗਾ ਨਹੀਂ ਲੱਗੇਗਾ। ਧੀਆਂ ਪੁੱਤਰ ਦੋਸਤ ਨਾਤੇ ਜਿੰਨਾ ਕੁਝ ਬਣਾਇਆ ਖੱਟਿਆ, ਕੁਝ ਵੀ ਚੰਗਾ ਨਹੀਂ ਲੱਗੇਗਾ ਜਦੋਂ ਮੌਤ ਸਾਹਮਣੇ ਆਣ ਖੜੀ। ਤੋ ਜਿਤ ਦਿਨ ਦੇ ਬਿਨਸੀ ਤਿਤ ਵੇਲੇ ਕਹਿਸਨ ਪ੍ਰੇਤ, ਜਿਨ੍ਹਾਂ ਨੂੰ ਆਪਣੇ ਸਕੇ ਸੰਬੰਧੀ ਜਾਣਦਾ ਹੈ, ਜਿਹੜੇ ਤੈਨੂੰ ਹੀਰਾ ਕਹਿੰਦੇ ਨੇ ਵੀ ਇਹ ਤੇ ਸਾਡਾ ਮਿੱਤਰ ਹੀਰਾ ਹੈ, ਉਹੀ ਮਹਾਰਾਜ ਕਹਿੰਦੇ ਤੈਨੂੰ ਪ੍ਰੇਤ ਕਹਿਣਗੇ ਕਿ ਹੁਣ ਮਰ ਗਿਆ ਤੇ ਪ੍ਰੇਤ ਬਣ ਗਿਆ, ਇਹਨੂੰ ਛੇਤੀ ਫੂਕ ਦਿਓ ਨਹੀਂ ਤੇ ਇਹਦੇ ਵਿੱਚੋਂ ਬਦਬੂ ਆਵੇਗੀ। ਜਿਨ੍ਹਾਂ ਨੂੰ ਆਪਣਾ ਜਾਣਦਾ ਉਹੀ ਤੈਨੂੰ ਪ੍ਰੇਤ ਕਹਿ ਕੇ ਪੁਕਾਰਨਗੇ ਜੀ। ਪਕੜ ਚਲਾਇਣ ਦੂਤ ਜਮ ਕਿਸੇ ਨਾ ਦੇਣੀ ਭੇਤ। ਇਸ ਪ੍ਰਕਾਰ ਸੰਗਲਾਂ ਦੇ ਨਾਲ ਬੰਨ ਕਰਕੇ ਜਦੋਂ ਲੈ ਚੱਲੇ, ਫਿਰ ਮਹਾਰਾਜ ਕਹਿੰਦੇ ਹਾਲਤ ਕੁਝ ਐਸੀ ਹੋਵੇਗੀ, ਪਕੜ ਚਲਾਇਣ ਦੂਤ ਜਮ, ਦੂਤ ਜਿਹੜੇ ਮਹਾਰਾਜ ਦੇ ਭੇਜੇ ਹੋਏ ਜਮ, ਜਿਹੜੇ ਡਰਾਉਣੀ ਸ਼ਕਲ ਵਾਲੇ ਜਦੋਂ ਫੜ ਕੇ ਲੈ ਜਾਣਗੇ, ਤੋ ਮਹਾਰਾਜ ਕਹਿੰਦੇ ਕਿਸੇ ਨਾ ਦੇਣੀ ਭੇਤ। ਉਸ ਸਮੇਂ ਦਾ ਕਿਸੇ ਨੂੰ ਭੇਦ ਨਹੀਂ ਦੇਣਾ ਉਹਨਾਂ ਨੇ ਤੇਰੇ ਮਿੱਤਰਾਂ ਨੂੰ ਦੱਸਣਾ ਨਹੀਂ ਵੀ ਅਸੀਂ ਲੈਣ ਆਏ ਆ ਤੇ ਲੈ ਕੇ ਚੱਲੇ ਆ ਇਹਨੂੰ, ਨਾ ਹੀ ਤੂੰ ਕਿਸੇ ਨੂੰ ਦੱਸ ਸਕੇਗਾ ਕਿ ਮੇਰਾ ਅੰਤ ਸਮਾਂ ਆ ਗਿਆ ਤੇ ਮੈਂ ਚੱਲਿਆ ਹਾਂ। ਇਸ ਪ੍ਰਕਾਰ ਮਹਾਰਾਜ ਕਹਿੰਦੇ ਉਹ ਤੇ ਭਾਣਾ ਐਸਾ ਹੈ ਜਿਹੜਾ ਕਿਸੇ ਨੂੰ ਯਾਦ ਚੇਤੇ ਵੀ ਨਹੀਂ ਹੈ। ਜਮਾਨੇ ਕਿਸੇ ਨੂੰ ਭੇਦ ਨਹੀਂ ਦੇਣਾ, ਤੈਨੂੰ ਪਕੜ ਕਰਕੇ ਲੈ ਜਾਣਗੇ ਜੀ। ਛੱਡ ਕੜੂਤੇ ਖਿਨੈ ਮਾਹੇ ਜਿਨਸੋ ਲੱਗਾ ਹੇਤ। ਛਿਨ ਮਾਤਰ ਸਮੇਂ ਦੇ ਅੰਦਰ ਤੈਨੂੰ ਛੱਡ ਕੇ ਸਭ ਦੂਰ ਹੋ ਜਾਣਗੇ ਜਿਨ੍ਹਾਂ ਨਾਲ ਤੇਰਾ ਹੇਤ ਲੱਗਿਆ ਹੋਇਆ ਹੈ, ਜਿਹੜੇ ਸਕੇ ਸੰਬੰਧੀ ਮਿੱਤਰ ਦੋਸਤ, ਜਿਨ੍ਹਾਂ ਕਰਕੇ ਤੂੰ ਰੱਬ ਨੂੰ ਭੁਲਾਇਆ ਹੋਇਆ।
ਕਿਉਂਕਿ ਗੁਰੂ ਦੀਆਂ ਬਾਤਾਂ ਪਿੱਛੇ ਛੱਡ ਕੇ ਆਪਣੇ ਪਰਿਵਾਰ ਦੀਆਂ ਗੱਲਾਂ ਅੱਗੇ ਨੇ। ਤੋ ਜਿਨ੍ਹਾਂ ਦੇ ਨਾਲ ਤੇਰਾ ਹੇਤ ਲੱਗਿਆ ਹੋਇਆ, ਰੱਬ ਨੂੰ ਭੁਲਾ ਕਰਕੇ ਮਾਇਆ ਦੇ ਨਾਲ, ਰਿਸ਼ਤੇ ਨਾਤਿਆਂ ਦੇ ਨਾਲ, ਮਹਾਰਾਜ ਕਹਿੰਦੇ ਇਹਨਾਂ ਵਿੱਚੋਂ ਛੱਡ ਖੜੋਤੇ ਖਿਨੈ ਮਾਹੇ ਜਿਨ ਸਿਓ ਲੱਗਾ ਹੇਤ, ਜਿਨ੍ਹਾਂ ਦੇ ਨਾਲ ਤੇਰਾ ਪ੍ਰੇਮ ਲੱਗਾ ਹੋਇਆ ਹੈ ਜੀ। ਹੱਥ ਮਰੋੜੈ ਤਨ ਕਪੇ ਸਿਆਹੋ ਹੋਆ ਸੇਤ। ਤੇ ਹਾਲਤ ਤੇਰੀ ਐਸੀ ਹੋਵੇਗੀ ਜਿਸ ਵਕਤ ਜਮਾ ਨੇ ਆ ਕੇ ਪਕੜ ਲਿਆ ਤੇ ਮਹਾਰਾਜ ਕਹਿੰਦੇ ਮੁਸ਼ਕਾਂ ਤੇਰੀਆਂ ਮਰੋੜ ਕਰਕੇ ਬਾਹਾਂ ਮਗਰ ਲਾ ਲਈਆਂ। ਜੇ ਹੱਥ ਮਰੋੜੇ ਤਨ ਕੰਬੇ, ਫਿਰ ਤਨ ਕੰਬੇਗਾ, ਸਾਰਾ ਸਰੀਰ ਕੰਬਦਾ ਜਦੋਂ ਆਤਮਾ ਨੂੰ ਕੱਢਿਆ ਜਾਂਦਾ ਸਰੀਰ ਦੇ ਵਿੱਚੋਂ। ਕਿਉਂਕਿ ਗੁਰਬਾਣੀ ਦੇ ਅੰਦਰ ਜ਼ਿਕਰ ਆਉਂਦਾ ਹੈ ਕਿ ਜਿੰਦ ਨੇ ਮਾਣੀ ਕੱਢੀ ਹੈ ਹੱਡਾਂ ਕੋ ਕੜਕਾਏ, ਹੱਡ ਕੜਕਦੇ ਨੇ ਜਦੋਂ ਆਤਮਾ ਨਿਕਲਦੀ ਹੈ ਸਰੀਰ ਦੇ ਵਿੱਚੋਂ। ਸਿਆਹੋ ਹੋਆ ਸੇਤ, ਤੇਰਾ ਰੰਗ ਜਿਹੜਾ ਉਹ ਚਿੱਟਾ ਹੋ ਜਾਵੇਗਾ, ਪੀਲਾ ਪੈ ਜਾਵੇਗਾ, ਖੂਨ ਸੁੱਕ ਜਾਵੇਗਾ, ਸਾਰਾ ਜਮਾਂ ਦਾ ਡਰ ਐਸਾ ਹੈ ਜੀ। ਜਿਹਾ ਬੀਜੈ ਸੋ ਲੂਣੇ ਕਰਮਾ ਸੰਦੜਾ ਖੇਤ। ਮਨ ਧਰਤੀ ਹੈ, ਇਹਦੇ ਉੱਤਰ ਕਰਮ ਜਿਹੜੇ ਹਨ ਉਹ ਬੀਜ ਹੈ। ਤੋ ਜਿਹੋ ਜਿਹਾ ਬੀਜ, ਜਿਹੋ ਜਿਹਾ ਕਰਮ ਬੀਜੇਗਾ ਉਹੀ ਵੱਢੇਗਾ। ਤੇ ਜੇ ਮਹਾਰਾਜ ਕਹਿੰਦੇ ਤੈਨੂੰ ਭਰਮ ਪਿਆ ਹੋਇਆ ਵੀ ਬੀਜ ਕੋਈ ਹੋਰ ਬੀਜੇ ਤੇ ਉਹ ਤੋਂ ਫਲ ਕੋਈ ਹੋਰ ਹੋਵੇ, ਐਸਾ ਨਹੀਂ ਹੋਣਾ। ਕਿਉਂਕਿ ਲੋੜੈ ਦਾਖ ਬਜੌਰੀਆਂ ਕਿੱਕਰ ਬੀਜੈ ਜੱਟ। ਜੇ ਜ਼ਿਮੀਂਦਾਰ ਆਪਣੇ ਖੇਤ ਵਿੱਚ ਕਿੱਕਰਾਂ ਦੇ ਬੀਜ, ਕਿੱਕਰਾਂ ਦੇ ਤੁੱਕੇ ਤੋੜ ਕੇ ਉਹਨਾਂ ਦੇ ਬੀਜ ਬੀਜੇ ਤੇ ਉਥੋਂ ਆਸਾ ਰੱਖੇ ਵੀ ਬਜੌਰ ਦੇਸ਼ ਦੀਆਂ ਦਾਖਾਂ ਪ੍ਰਾਪਤ ਹੋਣ, ਐਸਾ ਨਹੀਂ ਹੋਣਾ। ਇਹ ਤੇ ਜੋ ਬੀਜੇਗਾ ਵੱਢਣਾ ਪੈਣਾ। ਤੋ ਜੋ ਬੀਜੇਗਾ ਮਹਾਰਾਜ ਕਹਿੰਦੇ ਉਹੀ ਤੈਨੂੰ ਪ੍ਰਾਪਤ ਹੋਵੇਗਾ। ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ। ਇਹ ਜੀਵਨ ਦੀ ਫਿਲਾਸਫੀ ਹੈ ਕਿ ਕਰਮਾਂ ਦਾ ਖੇਤ ਹੈ। ਇੱਥੇ ਜਿਹੋ ਜਿਹੇ ਕਰਮ ਹੁਣ ਤੂੰ ਬੋਂਦਾ ਜਾਏਗਾ, ਬੀਜਦਾ ਜਾਏਗਾ, ਇਹੀ ਤੈਨੂੰ ਫਲ ਬਣ ਕੇ ਅੰਤ ਨੂੰ ਪ੍ਰਾਪਤ ਹੋਣਗੇ ਜੀ। ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ। ਇਸ ਕਰਕੇ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਾਨੂੰ ਸੋਝੀ ਦਿੰਦਿਆਂ ਹੋਇਆਂ, ਗਿਆਨ ਰੂਪੀ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆਂ ਕਿਰਪਾ ਕਰਦੇ ਨੇ। ਨਾਨਕ ਪ੍ਰਭ ਸਰਣਾਗਤੀ ਹੈ ਭਾਈ, ਪ੍ਰਭੂ ਜੋ ਸਾਰਿਆਂ ਨੂੰ ਆਪਣੀ ਸਤਾ ਦੇ ਨਾਲ ਜੀਵਾਉਣ ਵਾਲਾ ਹੈ, ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ, ਸਾਰਿਆਂ ਨੂੰ ਲੈਤਾ ਕਰਨ ਵਾਲਾ ਹੈ, ਸਾਰਿਆਂ ਜੀਵਾਂ ਨੂੰ ਰੋਜੀ ਦੇਣ ਵਾਲਾ ਜੋ ਵਾਹਿਗੁਰੂ ਹੈ, ਉਹਦੀ ਸ਼ਰਨ ਵਿੱਚ ਜਾਣਾ ਕਰੀਏ, ਉਹਦੇ ਚਰਨਾਂ ਤੇ ਢਹਿ ਪਈਏ। ਨਿਮਾਣੇ ਹੋ ਕਰਕੇ ਉਹਦੇ ਚਰਨਾਂ ਤੇ ਢਹਿ ਕੇ ਬੇਨਤੀ ਕਰੀਏ ਕਿ ਮਹਾਰਾਜ ਮੈਂ ਨਹੀਂ ਕਿਛ ਹੋ ਨਹੀਂ, ਕਿ ਚਾਹੇ ਨਾ ਮੋਰਾ ਉਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਮਹਾਰਾਜ ਸਾਡੇ ਵਿੱਚ ਕੋਈ ਐਸੀ ਮਤ ਨਹੀਂ ਜਿਹਦੇ ਕਰਕੇ ਸੰਸਾਰ ਸਮੁੰਦਰ ਤੋਂ ਤਰਿਆ ਜਾ ਸਕੇ, ਕੋਈ ਐਸੀ ਬੁੱਧੀ ਨਹੀਂ, ਚਤਰਾਈ ਨਹੀਂ ਜਿਹਦੇ ਕਰਕੇ ਜਮਾਂ ਦੀਆਂ ਮਾਰਾਂ ਤੋਂ, 84 ਦੇ ਗੇੜੇ ਤੋਂ ਬਚਿਆ ਜਾ ਸਕੇ। ਆਪ ਹੀ ਕਿਰਪਾ ਕਰੋ, ਸਾਡੇ ਕਰਮ ਐਸੇ ਬਣਾ ਦਿਓ ਜਿਨ੍ਹਾਂ ਕਰਮਾਂ ਕਰਕੇ ਸਾਡਾ ਲੇਖਾ ਜੋਖਾ ਜਿਹੜਾ ਇੱਥੇ ਹੀ ਮੁੱਕ ਜਾਵੇ। ਸਾਨੂੰ ਦਰਗਾਹ ਵਿੱਚ ਲੇਖਾ ਨਾ ਦੇਣਾ ਪਵੇ, ਕਿਉਂਕਿ ਮਹਾਰਾਜ ਅਸੀਂ ਲੇਖੇ ਦੇ ਨਾਲ ਤੇ ਛੁੱਟਣ ਵਾਲੇ ਹੈ ਨਹੀਂ। ਪਤਾ ਨਹੀਂ ਕਿੰਨੇ ਕੁ ਪਾਪ ਐਬ ਤੇ ਗੁਨਾਹ ਸਾਡੇ ਕਰਮਾਂ ਵਿੱਚ ਭਰੇ ਹੋਏ ਹਨ। ਲੇਖਾ ਕਤਹੁ ਨਾ ਛੂਟੀਐ ਖਿਨ ਖਿਨ ਭੁੱਲਣ ਹਾਰ। ਅਸੀਂ ਤੇ ਪੈਰ ਪੈਰ ਤੇ ਭੁੱਲਦੇ ਹਾਂ, ਖਿਨ ਖਿਨ ਮਾਤਰ ਸਮੇਂ ਦੇ ਅੰਦਰ ਭੁੱਲਾਂ ਕਰਨ ਵਾਲੇ ਆ ਮਹਾਰਾਜ। ਤੇ ਜੇ ਲੇਖਾ ਜੋਖਾ ਕਰਨ ਲੱਗੇ ਤੁਸੀਂ, ਫਿਰ ਸਾਡਾ ਛੁਟਕਾਰਾ ਕਿਤੇ ਨਹੀਂ ਹੋਣਾ। ਇਸ ਕਰਕੇ ਆਪ ਹੀ ਕਿਰਪਾ ਕਰੋ। ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ। ਮਹਾਰਾਜ ਕਿਰਪਾ ਕਰੋ, ਚਰਨਾ ਰੂਪੀ ਜਹਾਜ਼, ਚਰਨਾ ਰੂਪੀ ਬੇੜੇ ਤੇ ਬਿਠਾ ਕਰਕੇ ਭਵਜਲ ਰੂਪੀ ਸੰਸਾਰ ਸਮੁੰਦਰ ਤੋਂ ਪਾਰ ਕਿਨਾਰੇ ਲਾਉਣਾ ਕਰੋ ਜੀ। ਸੇ ਭਾਦੋਂ ਹੈ ਨਰਕ ਨਾ ਪਾਈ ਹੈ, ਗੁਰ ਰੱਖਣ ਵਾਲਾ ਹੇਤ। ਤੇ ਜਿਨ੍ਹਾਂ ਨੇ ਭਾਈ ਆਪਣੇ ਗੁਰੂ ਨੂੰ ਮਨਾਇਆ ਹੈ, ਜਿਨ੍ਹਾਂ ਨੇ ਗੁਰੂ ਨੂੰ ਧਾਰਨ ਕੀਤਾ ਹੈ, ਜਿਨ੍ਹਾਂ ਨੇ ਆਪਣੇ ਗੁਰੂ ਦੀ ਬਾਤ ਮੰਨੀ ਹੈ, ਜਿਹੜੇ ਗੁਰੂ ਦੇ ਭੈ ਵਿੱਚ ਚੱਲਦੇ ਹਨ, ਜਾਂ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨ ਕਰਕੇ ਆਪਣਾ ਜੀਵਨ ਬਸਰ ਕੀਤਾ, ਉਹਨਾਂ ਦੀ ਬਾਬਤ ਭਾਦੋ ਦੇ ਮਹੀਨੇ ਦੁਆਰਾ ਮਹਾਰਾਜ ਬਖਸ਼ਿਸ਼ ਕਰਦੇ ਹਨ। ਜਿਹੜੇ ਦ્વੈਤ ਭਾਵਨਾ ਵਿੱਚ ਨਹੀਂ ਪੈਂਦੇ, ਰੱਬ ਨਾਲ ਜੁੜੇ ਰਹਿੰਦੇ ਤੇ ਉਸੇ ਤੇ ਡੋਰੀਆਂ ਰੱਖਦੇ ਨੇ, ਉਹਨਾਂ ਨੂੰ ਮਹਾਰਾਜ ਕਹਿੰਦੇ ਨਰਕ ਨਾ ਪਾਈਆ ਹੈ। ਉਹਨਾਂ ਨੂੰ ਨਰਕ ਵਿੱਚ ਵੀ ਨਹੀਂ ਪਾਇਆ ਜਾਂਦਾ। ਕਿਉਂ ਨਹੀਂ ਪਾਇਆ ਜਾਂਦਾ? ਕਿਉਂਕਿ ਉਹ ਗੁਰੂ ਦੇ ਹੋ ਗਏ ਹਨ, ਇੱਕ ਦੇ ਹੋ ਗਏ, ਤੇ ਇਸ ਕਰਕੇ ਵਾਹਿਗੁਰੂ ਉਹਨਾਂ ਦੀ ਰਾਖੀ ਕਰਨ ਵਾਲਾ ਹੈ। ਗੁਰ ਰੱਖਣ ਵਾਲਾ ਹੇਤ, ਉਹਨਾਂ ਦਾ ਹਿੱਤ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਆਪ ਹੈ। ਇਸ ਕਰਕੇ ਉਹਨਾਂ ਨੂੰ ਜਾਂ ਮਾਦਕ ਨਰਕਾਂ ਵਿੱਚ ਨਹੀਂ ਪਾ ਸਕਦੇ। ਡਗ ਮਗਾਉਣਾ ਛੱਡ ਕਰਕੇ, ਘਰ ਤੋਂ ਆਸਾ ਨਹੀਂ ਪੂਰੀ ਹੋਈ, ਕਿਸੇ ਸਿਆਣੇ ਕੋਲ ਚਲੇ ਜਾਣਾ।
ਉਥੋਂ ਵੀ ਨਹੀਂ ਹੋਈ ਕਿਸੇ ਮੰਦਿਰ 'ਚ ਚਲੇ ਜਾਣਾ। ਇਸ ਤਰ੍ਹਾਂ ਦੀ ਆਪਣੀ ਕਰਨੀ ਛੱਡ ਕਰਕੇ ਮਹਾਰਾਜ ਕਹਿੰਦੇ ਇੱਕੋ ਦੇ ਲੜ ਲੱਗ ਜਾਈਏ, ਫਿਰ ਮਹਾਰਾਜ ਸਾਡੀ ਲਾਜ ਰੱਖਣਗੇ, ਫਿਰ ਇਹ ਨਰਕ ਆਦਿਕ ਵਿੱਚ ਸਾਨੂੰ ਨਹੀਂ ਪਾਇਆ ਜਾਵੇਗਾ। ਤੇ ਦਵੈਤ ਭਾਵਨਾ ਜਿਹੜੀ ਹੈ ਉਹ ਸਾਡੇ ਮਨ ਵਿੱਚੋਂ ਮਹਾਰਾਜ ਆਪ ਮੇਟ ਦੇਣਗੇ। ਇਸ ਕਰਕੇ ਗੁਰੂ ਵਾਲੇ ਬਣੀਏ, ਆਪੋ ਆਪਣੇ ਧਰਮ ਅਨੁਸਾਰ ਆਪਣੇ ਗੁਰੂ ਨੂੰ ਧਾਰਨ ਕਰਕੇ ਲਾਹਾ ਪ੍ਰਾਪਤ ਕਰੀਏ ਮਨੁੱਖਾ ਦੇਹੀ ਦਾ। ਇਹ ਵਾਰ-ਵਾਰ ਮਨੁੱਖਾ ਦੇਹ ਪ੍ਰਾਪਤ ਨਹੀਂ ਹੋਣੀ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਉਹਦੇ ਨਾਲ ਮਿਲਣ ਦੀ ਵਾਰੀ ਮਿਲੀ ਹੈ ਮਨੁੱਖਾ ਦੇਹੀ। ਤੇ ਜੇ ਇੱਕ ਵਾਰੀ ਇਹ ਹੱਥੋਂ ਨਿਕਲ ਗਿਆ ਸਮਾਂ, ਮਹਾਰਾਜ ਕਹਿੰਦੇ ਪੌੜੀ ਛੁਟਕੀ ਫਿਰ ਹਾਥ ਨਾ ਆਵੇ। ਇਹ ਜੇ ਸਮਾਂ ਬਤੀਤ ਹੋ ਗਿਆ ਦੁਬਾਰਾ ਹੱਥ ਨਹੀਂ ਆਉਣਾ ਫਿਰ, ਕਿਉਂਕਿ ਇਹ ਤਾਂ ਚਿਰੰਕਾਲ ਲੰਬੇ ਸਮੇਂ ਤੋਂ ਬਾਅਦ ਇਹ ਦੇਹੀ ਪ੍ਰਾਪਤ ਹੋਈ ਹੈ। 24,000 ਸਵਾਸ ਰੋਜ਼ ਦੇ ਬਤੀਤ ਹੋ ਰਹੇ ਨੇ। ਅਸੀਂ ਰੋਜ਼ ਜਿਵੇਂ ਆਪਣੀ ਮਾਇਆ ਦਾ ਹਿਸਾਬ ਕਿਤਾਬ ਰੱਖਦੇ ਨਾ, ਇੰਨੇ ਕਮਾਏ ਤੇ ਇੰਨੇ ਲੱਗੇ, ਇੰਨਾ ਘਾਟਾ ਪਿਆ ਜਾਂ ਇੰਨਾ ਪ੍ਰੋਫਿਟ ਹੋਇਆ ਸਾਨੂੰ, ਇੰਨੇ ਪੈਸੇ ਵੱਧ ਗਏ ਜਾਂ ਇੰਨਾ ਘਾਟਾ ਪੈ ਗਿਆ। ਰੋਜ਼ ਦਾ ਹਿਸਾਬ ਰੱਖਦੇ ਅਸੀਂ, ਮਹੀਨੇ ਬਾਅਦ ਵੀ ਦੇਖਦੇ ਵੀ ਐਤਕੀ ਮਹੀਨੇ 'ਚ ਇੰਨਾ ਘਾਟਾ ਪੈ ਗਿਆ। ਫਸਲ ਦਾ ਵੀ ਪਤਾ ਸਾਨੂੰ, ਐਤਕੀ ਇੰਨੇ ਮਣ ਹੋਈ ਹੈ ਤੇ ਇੰਨਾ ਘਾਟਾ ਤੇ ਇੰਨਾ ਵਾਧਾ ਪੈ ਗਿਆ। ਪਰ ਸਵਾਸਾਂ ਦਾ ਲੇਖਾ ਕਦੇ ਨਹੀਂ ਕੀਤਾ, ਤੇ ਜਿਨ੍ਹਾਂ ਦੀ ਕੀਮਤ ਹੀ ਕੋਈ ਨਹੀਂ ਹੈ, ਬੇਸਕੀਮਤੇ ਸਵਾਸ ਹਨ। ਇਸ ਕਰਕੇ 24,000 ਸਵਾਸ ਬੰਦੇ ਦੇ ਆਮਦਨ ਮੂਲ ਨਾ ਥੀਵੇ। ਤੁਮਾਰਾ ਕਹਿੰਦੇ ਜਿਸ ਬੰਦੇ ਨੂੰ ਇੰਨਾ ਘਾਟਾ ਸੋ ਬੰਦਾ ਕਿਉਂ ਜੀਵੇ। ਜਿਹਨੂੰ 24,000 ਸਵਾਸਾਂ ਦਾ ਰੋਜ਼ ਹੀ ਘਾਟਾ ਲੱਗੀ ਜਾਂਦਾ, ਚੱਟੀ ਲੱਗੀ ਜਾਂਦੀ ਹੈ, ਉਹਦਾ ਫਿਰ ਜਿਉਣਾ ਕਿਵੇਂ ਹੋਵੇਗਾ। ਤੇ ਇਸ ਕਰਕੇ ਇਹਨਾਂ ਸਵਾਸਾਂ ਨੂੰ ਲੇਖੇ ਵਿੱਚ ਲਾਈਏ, ਇੱਕ ਇੱਕ ਸਵਾਸ ਦਾ ਲੇਖਾ ਰੱਖੀਏ, ਵਾਹਿਗੁਰੂ ਨੂੰ ਚਿਤਾਰਦੇ ਰਹੀਏ। ਹਾਥ ਪਾਓ ਕਰ ਕਾਮ ਸਭ, ਚੀਤ ਨਰੰਜਨ ਨਾਲ ਜੇਬਾ ਦੇ ਨਾਲ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਰਹੀਏ, ਜਿਹਦੇ ਕਰਕੇ ਸਾਡੇ ਸਵਾਸ ਲੇਖੇ ਵਿੱਚ ਲੱਗ ਜਾਣ। ਸਮੂਹ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਗੁਰੂ ਕੀ ਯਾਦ ਵਿੱਚ ਗੁਰੂ ਘਰ ਵਿਖੇ ਆ ਕਰਕੇ ਅੰਮ੍ਰਿਤਮਈ ਬਾਣੀ ਸਰਵਣ ਕੀਤੀ ਹੈ। ਗੁਰੂ ਸਾਹਿਬ ਜੀ ਦੇ ਦਰਸ਼ਨ ਪਰਸੇ ਹਨ, ਗੁਰੂ ਕੀ ਸੰਗਤ ਵਿੱਚ ਹਾਜ਼ਰੀਆਂ ਭਰੀਆਂ ਹਨ। ਮਹਾਰਾਜ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਕਰਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰਕੇ ਇੱਥੇ ਸਮਾਪਤੀ ਹੈ ਜੀ। ਨਾਨਕ ਪ੍ਰਭ ਸਰਣਾਗਤੀ, ਚਰਨ ਬੋਹਿਤ ਪ੍ਰਭ ਦੇਤ। ਸੇ ਭਾਗ ਹੈ ਨਰਕ ਨ ਪਾਈਐ, ਗੁਰ ਰੱਖਣ ਵਾਲਾ ਹੈ